जी अस्सलाम वालेकुम, क्या हाल है जनाब, ठीक हो? ਤੁਹਾਡਾ ਦੋਸਤ ਨਿਸਾਰ ਜਵੇਦ ਸੁਬਹ ਦੇ ਟੀਵੀਆਂ ਕੇ ਚੰਬੜ ਕੇ ਬੈਠੇ ਜੇ ਤੇ ਤੁਹਾਨੂੰ ਖਬਰਾਂ ਮਿਲ ਰਹੀਆਂ ਨੇ। ਕੋਈ ਕਹਿ ਰਿਹਾ ਲੋ ਜੀ ਮੌਲਾਨਾ ਮੰਨ ਰਿਹਾ, ਮੌਲਾਨਾ ਨਹੀਂ ਮੰਨ ਰਿਹਾ, ਮੌਲਾਨਾ ਮੰਨ ਰਿਹਾ, ਮੌਲਾਨਾ ਨਹੀਂ ਮੰਨ ਰਿਹਾ। ਉਹ ਮੈਂ ਬਸ ਨਹੀਂ ਇੰਜੋਏ ਕਰ ਰਿਹਾ ਕਿ ਉਹੀ ਮੌਲਾਨਾ ਜਿਹਨੂੰ ਕਹਿੰਦਾ ਹੁੰਦਾ ਸੀ ਕਿ ਇਹਨੂੰ ਮੌਲਾਨਾ ਵੀ ਨਾ ਕਹੋ। ਯਾਰ ਕਿੱਡਾ ਪਾਗਲ ਦਾ ਬੱਚਾ ਸੀ ਹੈ, ਕਿਸੇ ਬੰਦੇ ਨੂੰ ਛੱਡੇ ਨਹੀਂ, ਅੱਜ ਤੱਕ ਮੰਨਦੇ ਨਹੀਂ ਕਿਸੇ ਨੂੰ। ਨਾ ਜੱਜਾਂ ਨੂੰ ਮੰਨਦੇ ਨੇ ਜਿਹੜੇ ਨਿਊਟਰਲ ਨੇ, ਜਿਹੜੇ ਅਸਲ ਨੇ, ਨਾ ਆਇਨ ਨੂੰ ਮੰਨਦੇ ਨੇ, ਨਾ ਕਾਨੂੰਨ ਨੂੰ ਮੰਨਦੇ ਨੇ, ਨਾ ਮੁਲਕ ਨੂੰ ਮੰਨਦੇ ਨੇ, ਨਾ ਆਰਮੀ ਚੀਫ ਨੂੰ ਮੰਨਦੇ ਨੇ, ਨਾ ਉਹਨਾਂ ਫੌਜੀਆਂ ਨੂੰ ਮੰਨਦੇ ਨੇ ਜਿਹੜੇ ਆਇਨ ਤੇ ਕਾਨੂੰਨ ਤੇ ਚੱਲਣ ਵਾਲੇ ਨੇ। ਉਹ ਮੰਨਦੇ ਕਿਹਨੂੰ ਨੇ? ਮੰਨਦੇ ਸਿਰਫ ਉਹਨੂੰ ਨੇ ਜਿਹੜੇ ਇਹਨਾਂ ਦਾ ਉਹ ਮਜ਼ਹਬ ਕਬੂਲ ਕਰ ਲੈਣ, ਜਿਹੜੇ ਇਹਨਾਂ ਦੇ ਨਾਲ ਲਾ ਕੇ ਚੱਲ ਪੈਣ, ਸਿਰਫ ਉਹਨਾਂ ਨੂੰ ਮੰਨਦੇ ਨੇ। ਹੁਣ ਮੌਲਾਨਾ ਸਾਹਿਬ ਨੇ ਪਾਗਲ ਕੀਤਾ ਹੈ ਕਿ ਜੀ ਨਵਾਜ਼ ਸ਼ਰੀਫ ਆ ਰਿਹਾ, ਉਹ ਫਲਾਣਾ ਆ ਰਿਹਾ ਮਨਾਉਣ ਵਾਸਤੇ, ਉਹ ਇੰਜ ਹੋ ਰਿਹਾ, ਉਹ ਇੰਜ ਹੋ ਰਿਹਾ। ਇਹ ਸਿਆਸਤਦਾਨਾਂ ਦਾ ਕੰਮ ਹੈ, ਕਿਸੇ ਹੋਰ ਦਾ ਕੰਮ ਨਹੀਂ। ਜਦੋਂ ਦੁਸ਼ਮਣ ਸਿਆਸਤ ਕਰਦਾ ਹੈ ਤੇ ਫਿਰ ਮੁਆਫਜ਼ਾ ਨੂੰ ਥੋੜੀ ਜਿਹੀ ਕਰਨੀ ਪੈਂਦੀ ਹੈ। ਇਹ ਰੌਲਾ ਸਿਰਫ ਨਹੀਂ ਹੁੰਦਾ। ਬਾਕੀ ਬਜਾਏ ਦੇ ਕਿ ਤੁਹਾਡੇ ਕੋਲ ਲਾਈਕ ਸ਼ੈਕ ਲੈਣ ਵਾਸਤੇ ਲੋਕਾਂ ਤਰ੍ਹਾਂ ਇੱਥੇ ਗੰਦ ਮਾਰੀਏ, ਰੌਲਾ ਪਾਈਏ, ਆਪਣਾ ਇਤਬਾਰ ਖਰਾਬ ਕਰੀਏ, ਉਹਨਾਂ ਨੂੰ ਬਿਹਤਰ ਹੈਗਾ ਕਿ ਉਹ ਗੱਲ ਕਰੀ ਸਹੀ ਹੈ। ਸਹੀ ਗੱਲ ਕੀ ਹੈ ਕਿ ਸਿਆਸਤਦਾਨਾਂ ਦਾ ਕੰਮ ਹੈ ਸਿਆਸਤ ਕਰਨਾ। ਸਿਆਸਤਦਾਨ ਸਿਆਸਤ ਕਰ ਰਹੇ ਨੇ, ਪਾਰਲੀਮੈਂਟ ਦਾ ਕੰਮ ਹੈ ਕਾਨੂੰਨ ਸਾਜ਼ੀ ਕਰਨਾ। ਅਸੀਂ ਬਚਪਨ ਤੋਂ ਇੱਕੋ ਗੱਲ ਪਿੱਟਦੇ ਰਹੇ ਹਾਂ ਨਾ ਕਿ ਸਿਆਸਤਦਾਨ ਆਪਣਾ ਕੰਮ ਕਰਨ, ਫੌਜੀ ਆਪਣਾ ਕੰਮ ਕਰਨ, ਜੱਜ ਆਪਣਾ ਕੰਮ, ਇਹੀ ਗੱਲ ਕਰਨੇ ਨੇ ਜੀ। ਤੇ ਉਹ ਵਕਤ ਅਗਰ ਅੱਲਾ ਨੇ ਲੈ ਜਾਂਦਾ, ਉਹ ਆ ਹੀ ਗਿਆ, ਕੋਸ਼ਿਸ਼ ਕਰਕੇ ਕੁਛ ਦਾ ਬਦਲਾਅ ਹੋ ਹੀ ਰਿਹਾ। ਤੇ ਰਸਤੇ ਸਭ ਤੋਂ ਵੱਡੀ ਰੁਕਾਵਟ ਕੌਣ ਹੈ? ਸਭ ਤੋਂ ਵੱਡੀ ਰੁਕਾਵਟ ਹੋਏ ਜਿਹਨੂੰ ਸਾਡਾ ਵਜੂਦ ਹੀ ਨਹੀਂ ਚਾਹੀਦਾ। ਅਗਰ ਵਜੂਦ ਬਚੇ ਸਾਡਾ ਤੇ ਇਸ ਆਇਨ ਦੇ ਨਾਲ ਨਹੀਂ ਚਾਹੀਦਾ। ਇਹ ਅਗਰ ਆਇਨ ਦੇ ਵਿੱਚ, ਇਹਦੇ ਵਿੱਚ ਇਹ ਸਾਰਾ ਆਇਨ ਉਹਨਾਂ ਨੂੰ ਮਨਜ਼ੂਰ ਹੈ, ਇਹ ਵੀ ਜ਼ਹਿਨ ਰੱਖਣਾ। ਐਵੇਂ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਚੁਭਦੀਆਂ ਨੇ, ਜਿਹਦੇ ਨਾਲ ਉਹਨਾਂ ਤਿੰਨ ਚਾਰ ਚੀਜ਼ਾਂ ਨਾਲ ਗੰਦ ਹੈ। ਇਹਨਾਂ ਦਾ ਹੈਗਾ ਜੇ ਵੈਰ ਹੈਗਾ ਜੇ ਜਿਹੜਾ ਫੱਡਾ ਹੈਗਾ, ਇਹ ਇੰਨੀ ਵੱਡੀਆਂ ਇਨਵੈਸਟਮੈਂਟਾਂ, ਇੰਨੇ ਵੱਡੇ ਫੋਰਨ ਫੰਡਿੰਗ ਨਾਲ ਪੈਸੇ, ਇੰਨੀਆਂ ਲੀਡਾਂ, ਇਹ ਸਾਰਿਆਂ ਰੌਲਾ ਹੀ ਉਹ ਤਿੰਨ ਚਾਰ ਚੀਜ਼ਾਂ ਨਾਲ ਹੈ। ਉਹ ਅਗਰ ਤਿੰਨ ਚਾਰ ਚੀਜ਼ਾਂ ਤੁਸੀਂ ਰਸਤੇ ਹਟਾ ਦਿਓ ਤੇ ਬਾਕੀ ਤੇ ਮੀਡੀਆ ਟੂਲਾਂ ਨਾਲ ਉਹ ਆਪਣਾ ਕੰਮ ਕਰ ਚੁੱਕੇ ਨੇ। ਉਹ ਅਗਰ ਤਿੰਨ ਚਾਰ ਚੀਜ਼ਾਂ ਹਟ ਜਾਣ ਤੇ ਫਿਰ ਤੇ ਪਾਕਿਸਤਾਨ ਅੱਖੀ ਪਾਏ ਨਹੀਂ ਲੜਕਦਾ। ਫਿਰ ਤੇ ਜਿਹੋ ਜਿਹਾ ਅਫਗਾਨਿਸਤਾਨ ਉਹਨਾਂ ਵਾਸਤੇ, ਉਹੋ ਜਿਹਾ ਪਾਕਿਸਤਾਨ ਤੇ ਉਹੋ ਜਿਹਾ ਸਾਰਾ ਕੁਛ। ਪਰ ਤੁਸੀਂ ਖੁਦ ਸਮਝਦਾਰ ਮੈਂ ਕੀ ਕਹਿ ਰਿਹਾ, ਉਹੋ ਜਿਹਾ ਤੇ ਤਕੱਦਸ, ਇਹਤਰਾਮ, ਫਲਾਨੀ ਟਮਕਾਨੀ ਜਿਹੜੇ ਸਾਡੇ ਚੀਜ਼ਾਂ ਅਸੀਂ ਲੈ ਕੇ ਤੇ ਪਾਕਿਸਤਾਨ ਅਲੱਗ ਮੁਲਕ ਲੈ ਕੇ ਆਏ ਸਾਂ ਕਿ ਸਾਡਾ ਕੀ ਦੋ ਕੌਮੀ ਨਜ਼ਰੀਏ ਦਾ ਮਤਲਬ ਪਤਾ ਸਮਝਦੇ ਹੋ ਕੀ ਹੈ? ਦੋ ਕੌਮੀ ਨਜ਼ਰੀਏ ਦਾ ਪਹਿਲਾ ਮਕਸਦ ਇਹ ਹੈ ਕਿ ਸਾਡਾ ਇਹਨਾਂ ਦਾ ਰਹਿਣ ਸਹਿਣ ਫਰਕ ਹੈ ਤੇ ਰਹਿਣ ਸਹਿਣ ਤੇ ਅਸੀਂ ਆਪੇ ਕੋ ਕਰ ਲਿਆ। ਇਹ ਫੋਨ ਉਹਨਾਂ ਨੇ ਫੜੇ ਨੇ, ਅਸੀਂ ਫੜੇ ਨੇ, ਗਾਲਾਂ ਉਹ ਵੀ ਪਾਕਿਸਤਾਨ ਨੂੰ ਕੱਢ ਰਹੇ ਨੇ, ਅਸੀਂ ਵੀ ਪਾਕਿਸਤਾਨ ਨੂੰ ਕੱਢ ਰਹੇ ਹਾਂ। ਅੰਦਾਜ਼ਾ ਕਰੋ ਦੁਸ਼ਮਣ ਦੀ ਬੋਲੀ, ਦੁਸ਼ਮਣ ਦੀ ਜ਼ੁਬਾਨ ਸਾਡੇ ਮੂੰਹ 'ਚ ਗਈ ਹੈ। ਜੋ ਉਹ ਕਰ ਰਹੇ ਨੇ ਉਹ ਅਸੀਂ ਕਰ ਰਹੇ ਹਾਂ। ਫਿਲਮਾਂ ਲਾ ਕੇ ਵੇਖ ਲਓ, ਜੋ ਉਹਨਾਂ ਦੀ ਫਿਲਮਾਂ 'ਚ, ਜੋ ਉਹਨਾਂ ਦੇ ਬਾਜ਼ਾਰਾਂ 'ਚ, ਸੜਕਾਂ 'ਤੇ, ਉਹ ਸਾਡੇ ਕੋਲ ਹੋਈ ਹੈ। ਬਾਕੀ ਤਾਂ ਅਸੀਂ ਗੱਲ ਮੁਕਾ ਬੈਠੇ ਹਾਂ। ਉਹ ਤਾਂ ਸਿਰ ਚਾਬੀ ਤੇ ਨਹੀਂ ਹੈ। ਚਾਬੀ ਕਿਹੜੀ ਹੈ? ਉਹ ਤਿੰਨ ਚਾਰ ਚੀਜ਼ ਸ਼ਿਕਾਨ ਹੈ। ਰੌਲਾ ਸਾਰਾ ਇੰਨਾ ਹੈ। ਇਹ ਬਾਕੀ ਸਾਰੀਆਂ ਗੱਲਾਂ ਜਿੰਨੀਆਂ ਨੇ ਉਹ ਸਾਰੀਆਂ ਇਹਨਾਂ ਦੇ ਪਿੱਛੇ। ਹੁਣ ਆਇਓ ਵਾਪਸ ਮੌਲਾਨਾ ਦੇ ਉੱਤੇ। ਮੌਲਾਨਾ ਪੁੱਛਣ ਤੋਂ ਉਹਨਾਂ ਨੂੰ ਫੜ ਕੇ ਤੇ ਘੁਮਾਈ ਫਿਰਦਾ ਸਾਰਿਆਂ ਨੂੰ। ਜਿਹੜਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਪਹਿਲੇ ਕੰਨ ਫੜ, ਉਹ ਕੰਨ ਫੜਦਾ, ਫਿਰ ਉਹਨੂੰ ਲਿੱਤਰ ਮਾਰਦੇ, ਫਿਰ ਉਹਨੂੰ ਕਹਿੰਦੇ ਨੇ ਯਾਦ ਹੀ ਮੈਨੂੰ ਉਹ ਪਿੱਛੇ ਛੱਡ ਕੇ ਤੁਸੀਂ ਆਪ ਉਹ ਉੱਥੇ ਅੱਗੇ ਨਿਕਲ ਗਏ ਸੀ। ਇਹਨੂੰ ਕਹਿੰਦੇ ਨੇ ਸਿਆਸਤ। ਜੋ ਮਰਜ਼ੀ ਕਰ ਲਵੋ, ਕੋਈ ਵੀ ਦੁਨੀਆ ਦਾ ਬੰਦਾ ਤਾਰੀਫ ਕੀਤੋਂ ਬਗੈਰ ਨਹੀਂ ਰਹਿ ਸਕਦਾ ਕਿ ਅਖੀਰ ਮੌਲਾਨਾ ਨੇ ਖਾਮੋਸ਼ੀ ਨਾਲ ਬੈਠ ਕੇ ਸਾਰਿਆਂ ਨੂੰ ਕਾਬੂ ਕਰਕੇ ਲਿਆ ਕੇ ਪੈਰਾਂ ਥੱਲੇ ਪਾ ਲਿਆ। ਠੀਕ ਹੋ ਗਿਆ। ਹੁਣ ਆ ਜਾਓ ਪਾਕਿਸਤਾਨ ਵਾਸਤੇ ਕਿ ਪਾਕਿਸਤਾਨ ਵਾਸਤੇ ਕੀ ਠੀਕ ਹੈ ਸੀ ਤੇ ਉਹ ਵੇਖ ਜਿਹੜਾ ਪਾਕਿਸਤਾਨ ਵਾਸਤੇ ਠੀਕ ਹੈ। ਇਹ ਰੋਲੇ ਜਿੰਨੇ ਬਣੇ ਨਾ ਜੀ ਕਿ ਵੀ ਇੰਨੇ ਬੰਦੇ ਵਧਾ ਦਿਓਗੇ। ਇਹ ਜਿਹੜੇ ਹੈਗੇ ਨਾ ਸਾਡੇ ਸਾਫੀ ਵਗੈਰਾ, ਐਂਕਰ, ਇਹ ਜਿਹੜਾ ਮੀਡੀਆ ਸਾਡਾ, ਇਹ ਵੀ ਸਿਆਸਤਦਾਨ ਥੋੜ੍ਹੀ ਗਏ ਨੇ। ਇਹ ਤੇ ਆਪਣੇ ਆਪ ਨੂੰ ਅਕਲੇ ਕੁੱਲ ਕਹਿੰਦੇ ਨੇ ਸਾਰੇ ਕਿ ਅਸੀਂ ਅਕਲੇ ਕੁੱਲ ਆ, ਸਾਡੇ ਤੋਂ ਉੱਪਰ ਨਾ ਫੌਜੀ ਹੈ, ਨਾ ਕੋਈ ਐਂਕਰ ਹੈ, ਨਾ ਕੋਈ ਐਂਕਰ, ਸੋਰੀ ਐਂਕਰ ਤੇ ਆਪ ਨੇ। ਉਹ ਕਹਿੰਦੇ ਨਾ ਕੋਈ ਫੌਜੀ ਹੈ, ਨਾ ਕੋਈ ਸਿਆਸਤਦਾਨ ਹੈ, ਨਾ ਕੋਈ ਸਾਡੇ ਲਸਣ ਸਾਡੇ ਜਿੰਦੀ ਮਰਜ਼ੀ ਧੀ ਪੈਂਦੀ ਕਰਦੀ ਹੈ। ਹਾਲਾਂਕਿ ਗੱਲ ਗਲਤ ਹੈਗੀ ਹੈ। ਰਿਸਪੈਕਟ ਵਾਲਾ ਬੰਦੇ ਦੀ ਰਿਸਪੈਕਟ ਵੀ ਜ਼ਰੂਰੀ ਹੈ। ਜਿਹੜਾ ਬੰਦਾ ਠੀਕ ਕਰੇ ਉਹਨੂੰ ਠੀਕ ਵੀ ਕਹੋ ਨਾ, ਠੀਕ ਦੀ ਫਿਰ ਸਮਝ ਨਹੀਂ ਲੱਗਦੀ। ਐਸੇ ਸਾਡੇ ਉਹ ਮਾਸ਼ਾਅੱਲਾ ਜਿੰਨੇ ਵੀ ਐਂਕਰ ਹਜ਼ਰਾਤ ਤੇ ਸਾਫੀ ਵਗੈਰਾ ਨਾ, ਇਹਨਾਂ ਨੂੰ ਸਾਡੇ ਗੰਦ ਨਜ਼ਰ ਆਉਂਦਾ, ਖੂਬੀ ਨਹੀਂ ਨਜ਼ਰ ਆਉਂਦੀ। ਖੂਬੀ ਤਾਂ ਕਹਿਣਗੇ ਉਹ ਤਾਂ ਫਲਾਣੇ ਨੇ ਕੀਤੀ ਐਵੇਂ ਜਾਣ ਕੇ ਚੱਕਰ ਦਿੱਤੀ ਜਾਣਗੇ, ਤੇ ਜਿਹੜਾ ਕੰਮ ਉਹਨੇ ਨਹੀਂ ਵੀ ਕੀਤਾ ਉਹ ਕੁਛ ਕਰਕੇ ਕਹਿਣਗੇ ਤੇਰੇ ਤੇ ਇਲਜ਼ਾਮ ਹੈ, ਦੱਸ ਵੀ ਤੂੰ ਖੁਦ ਪੇ ਕਹਿੰਦਾ ਤੇਰੇ ਦਾ ਇਲਜ਼ਾਮ ਹੈ, ਉਹਨੂੰ ਅਗਲੇ ਨੂੰ ਪੁੱਛਣਾ ਪਿਆ ਉਹ ਕੀ ਦੱਸੇ ਤੈਨੂੰ। ਬਹਰਹਾਲ ਪਾਕਿਸਤਾਨ ਨੂੰ ਘਸੀਟਦੇ ਜਿਹੜੇ ਪਰਾਂ ਨੂੰ ਲਈ ਜਾ ਰਹੇ ਨੇ, ਅਸੀਂ ਉਹਨਾਂ ਨੂੰ ਖਿੱਚਣੇ ਪਏ ਹਾਂ। ਮੈਂ ਤੁਹਾਨੂੰ ਇੱਕ ਗੱਲ, ਦੋ ਗੱਲਾਂ ਬੜੇ ਦਿਨਾਂ ਦੀ ਕਹਿ ਰਿਹਾ, ਉਹੀ ਗੱਲਾਂ ਮੈਂ ਤੁਹਾਨੂੰ ਕਹਿੰਦਾ ਰਹਾਂਗਾ।
ਇਸ ਟਾਈਮ ਤੁਹਾਡੇ ਪਾਕਿਸਤਾਨੀਆਂ ਨੂੰ ਸਿਰਫ ਤੋਂ ਸਿਰਫ ਮੁਖਲਸ ਪਾਕਿਸਤਾਨੀ ਦੀ ਜ਼ਰੂਰਤ ਹੈਗੀ ਜੇ, ਹੋਰ ਕੁਛ ਨਹੀਂ ਚਾਹੀਦਾ। ਬਾਕੀ ਤਾਂ ਤੁਸੀਂ ਲਾਈਫ ਨੂੰ ਇੰਜੋਏ ਕਰੋ। ਬਾਹਰ ਜੋ ਵੀਜ਼ੇ ਵੂਜ਼ੇ ਲੈਂਦੇ ਪਏ ਤੁਹਾਡੇ ਵਾਸਤੇ ਤੇ ਸਾਰਾ ਕੋਈ ਬਣਾ ਦਿੰਦੇ ਨੇ ਅਗਲੇ, ਤੁਹਾਡੀ ਇੱਥੇ ਮੌਜਾਂ ਸਾਰੀ ਕਰਾ ਦਿੰਦੇ ਨੇ। ਹੁਣ ਤੁਸੀਂ ਆਪੇ ਫੈਸਲਾ ਕਰਨਾ ਮੌਜਾਂ ਕਰਨੀਆਂ ਜੇ ਕਿ ਆਪਣਾ ਮੁਲਕ ਬਚਾਉਣਾ ਜੇ। ਹੁਣ ਆ ਗਈ ਗੱਲ ਕਿ ਹੁਣ ਆ ਗਈ ਅਸੈਂਬਲੀ ਦੇ ਜਿਹੜੇ ਬੈਠੇ ਨੇ, ਰਾਤ ਦੇ ਬੜੇ ਰਾਤ ਹੋ ਗਈ ਉੱਥੇ ਬੈਠੇ ਨੇ ਯਾਰ, ਉਹ ਸਾਡੇ ਵਾਸਤੇ ਬੈਠੇ ਨੇ, ਕੋਈ ਆਪਣੇ ਵਾਸਤੇ ਉਹਨਾਂ ਨੂੰ ਕੋਈ ਮਿਲਾਂ ਥੋੜੀ ਲੈਣੀਆਂ ਨੇ, ਰਾਤੀ ਕੋਈ ਮਿਲਾਂ ਥੋੜੀ ਅਲਾਟ ਕਰ ਲੈਣੀ, ਸਾਡੇ ਵਾਸਤੇ ਬੈਠੇ ਨੇ। ਤੇ ਰਸਤਾ ਕਿਹਨੇ ਰੋਕਿਆ? ਰਸਤਾ ਉਹਨਾਂ ਨੇ ਰੋਕਿਆ ਜਿਹਨਾਂ ਦੇ ਹੱਥੋਂ ਸਭ ਕੁਝ ਨਿਕਲ ਰਿਹਾ। ਤੇ ਦੂਸਰੀ ਸਾਈਡ ਤੇ ਕੌਣ ਰਸਤਾ ਖਿੱਚਦਾ ਪਿਆ? ਜਿਹੜੇ ਪਾਕਿਸਤਾਨ ਨੂੰ ਖਿੱਚ ਕੇ ਬਾਹਰ ਲਿਆ ਰਹੇ ਨੇ ਬੰਬਰ ਤੋਂ। ਪਾਕਿਸਤਾਨ ਦੀ ਜ਼ਰੂਰਤ ਹੈ। ਦੂਸਰੀ ਗੱਲ ਮੈਂ ਤੁਹਾਨੂੰ ਕਿੰਨੇ ਦਿਨ ਦੀ ਕਹਿ ਰਿਹਾ, ਉਹ ਕਹਿੰਦਾ ਰਵਾਂਗਾ ਹਮੇਸ਼ਾ, ਮੇਰੇ ਵੀਲੌਗ ਦੀ ਲਫ਼ਜ਼ ਜ਼ਰੂਰ ਕਹਾਂਗਾ ਤੁਹਾਨੂੰ ਮੈਂ ਕਿ ਮੇਰਾ ਕੰਮ ਜਾਂ ਸਾਡਾ ਕੰਮ ਸ਼ੋਰ ਕਰਨਾ, ਤੁਹਾਡਾ ਕੰਮ ਗੌਰ ਕਰਨਾ। ਅਸੀਂ ਸ਼ੋਰ ਕਰੀ ਜਾਵਾਂਗੇ, ਤੁਸੀਂ ਗੌਰ ਕਰੀ ਜਾਓ, ਸ਼ਾਇਦ ਕਿ ਅੱਲਾ ਵੀ ਕੋਈ ਰਹਿਮਤ ਕਰ ਦੇਵੇ। ਦੋਵੇਂ ਯਾਦ ਰੱਖਣਾ। ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਅੱਲਾ ਹਾਫਿਜ਼।